ਸਤਿ ਸ਼੍ਰੀ ਅਕਾਲ। ਸਾਹਿਤਕ ਸੱਤ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਨਜਾਬਤ ਦੀ ਵਾਰ ਨਾਦਰ ਸ਼ਾਹ ਦੇ ਕਾਵਿਬੰਧ ਸੰਨਿਆਸੀਆਂ ਨੇ ਈਰਾਨੀ ਮਾਰਨੇ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਇਸ ਵਾਰ ਵਿੱਚ ਨਜਾਬਤ ਨੇ ਉਸ ਘਟਨਾ ਦਾ ਜਾਂ ਉਸ ਸਮੇਂ ਦਾ ਜ਼ਿਕਰ ਕੀਤਾ ਹੈ ਜਦ ਹਿੰਦੁਸਤਾਨ ਦੀ ਧਰਤੀ ਉੱਤੇ ਈਰਾਨੀ ਬਾਦਸ਼ਾਹ ਨਾਦਰ ਸ਼ਾਹ ਨੇ ਹਮਲਾ ਕੀਤਾ। ਤਾਂ ਉਸ ਵੇਲੇ ਸਭ ਤੋਂ ਪਹਿਲਾ ਭੇੜ ਜੋ ਹੈ ਨਾਦਰ ਸ਼ਾਹ ਦਾ ਕਿਹਨਾਂ ਨਾਲ ਹੁੰਦਾ ਹੈ? ਸੰਨਾਸੀ ਕਿਸਮ ਦੇ ਜੋ ਲੋਕ ਸਨ, ਕਬਾਇਲੀ ਲੋਕ ਸਨ। ਕਵੀ ਨਜਾਬਤ ਕਹਿ ਰਿਹਾ ਹੈ ਕਿ ਪਹਿਲਾ ਜੰਗ ਸੰਨਾਸੀ ਕਰਦੇ ਓੜਕਾਂ, ਕਿ ਸਭ ਤੋਂ ਪਹਿਲਾ ਵਾਹ ਜਾਂ ਪਹਿਲਾ ਭੇੜ, ਪਹਿਲਾ ਜੰਗ, ਪਹਿਲਾ ਯੁੱਧ ਜੋ ਹੈ ਨਾਦਰ ਸ਼ਾਹ ਦਾ ਕਿਹਨਾਂ ਨਾਲ ਹੁੰਦਾ ਹੈ? ਸੰਨਾਸੀਆਂ ਦੇ ਨਾਲ, ਜੋ ਬੜੇ ਪਾਰੰਗਤ ਸਨ ਯੁੱਧ ਕਲਾ ਦੇ ਵਿੱਚ। ਉਹ ਅੰਤਾਂ ਦਾ, ਓੜਕਾਂ ਦਾ ਜੰਗ ਕਰਦੇ ਸਨ, ਭਾਵ ਦੁਸ਼ਮਣ ਦੇ ਨਾਲ ਟਾਕਰਾ ਜੋ ਸੀ ਕਰਦਿਆਂ ਹੋਇਆਂ ਬੜੇ ਫੁਰਤੀਲੇ ਕਿਸਮ ਦੇ ਲੋਕ ਸਨ ਔਰ ਦੁਸ਼ਮਣ ਦੇ ਲਈ ਇੱਕ ਮੌਤ ਬਣ ਕੇ ਉਸ 'ਤੇ ਮੌਤ ਦੇ ਕਹਿਰ ਵਾਂਗ ਵਰਸਦੇ ਸਨ। ਖਾਕ ਜਿਨ੍ਹਾਂ ਦੀ ਵਾਸੀ ਜਾਤ ਦੇ ਸੂਰਮੇ, ਖਾਕ ਤੋਂ ਭਾਵ ਹੈ ਮਿੱਟੀ, ਜਿਨ੍ਹਾਂ ਦੀ ਭਾਵ ਉਹ ਮਿੱਟੀ ਦੇ ਵਾਸੀ, ਮਿੱਟੀ ਦੇ ਨਾਲ ਮਿੱਟੀ ਹੋਏ ਰਹਿਣ ਵਾਲੇ ਲੋਕ ਸਨ। ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਦੇ ਦਿਲ ਦੇ ਵਿੱਚ ਆਪਣੇ ਵਤਨ ਦੀ ਮਿੱਟੀ ਦੇ ਪ੍ਰਤੀ ਇੰਨਾ ਮੋਹ ਸੀ, ਪਿਆਰ ਸੀ ਜਾਂ ਇੰਨੀ ਕਦਰ ਸੀ ਕਿ ਉਹ ਇੱਕ ਤਰ੍ਹਾਂ ਦੇ ਨਾਲ ਅਜਿਹੇ ਦੇਸ਼ ਪ੍ਰੇਮੀ ਕਿਸਮ ਦੇ ਕਬਾਇਲੀ ਲੋਕ ਸਨ। ਜਾਤ ਦੇ ਸੂਰਮੇ ਬੜੇ ਬਹਾਦਰ ਸਨ, ਅਣਖੀ ਸਨ, ਯੋਧੇ ਸਨ ਕਿ ਦੁਸ਼ਮਣ ਨੂੰ ਦੇਖ ਕੇ ਉਸ ਦੇ ਉੱਤੇ ਮੌਤ ਦਾ ਪੈਗਾਮ ਬਣ ਕੇ ਵਰਦੇ ਸਨ। ਉਹ ਅੱਠੇ ਪਹਿਰ ਉਦਾਸੀ ਫੇਕ ਫਕੀਰ ਦਾ। 8 ਪਹਿਰ ਹੁੰਦੇ ਨੇ, 4 ਪਹਿਰ ਦਿਨ ਅਤੇ 4 ਪਹਿਰ ਰਾਤ, ਯਾਨੀ ਕਿ 8 ਪਹਿਰ ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਉਹ ਉਦਾਸੀਆਂ ਦੇ ਭੇਖ ਦੇ ਵਿੱਚ ਵਿਚਰਦੇ ਸਨ। ਭੇਖ ਫਕੀਰਾਂ ਦੇ ਭੇਖ ਦੇ ਵਿੱਚ ਬੜੇ ਜੋ ਸੀ ਉਸ ਜੰਗਲਾਂ ਦੇ ਵਿੱਚ, ਬੀਆਬਾਨ ਦੇ ਵਿੱਚ ਵਿਚਰਦੇ ਰਹਿੰਦੇ ਸਨ। ਇੱਕ ਤਰ੍ਹਾਂ ਦੇ ਨਾਲ ਉਹ ਅਘੋਸ਼ਿਤ ਜੋ ਸਨ ਦੇਸ਼ ਦੇ ਰਾਖੇ ਸਨ, ਸੈਨਿਕ ਸਨ, ਯੋਧੇ ਸਨ। ਉਹਨਾਂ ਦੀ ਕੋਈ ਨਾ ਫੂਫੀ ਮਾਸੀ ਕਿਸੇ ਨਾਲ ਰੋਵਣਾ, ਕਿਉਂਕਿ ਉਹ ਉਦਾਸੀ ਸਨ, ਸਮਾਜ ਨੂੰ ਤਿਆਗ ਚੁੱਕੇ ਸਨ। ਉਹਨਾਂ ਦੀ ਕੋਈ ਜ਼ਿੰਮੇਦਾਰੀ ਨਹੀਂ ਸੀ ਆਪਣੇ ਘਰ ਪ੍ਰਤੀ, ਪਰਿਵਾਰ ਦੇ ਪ੍ਰਤੀ। ਇਸ ਲਈ ਉਹ ਜ਼ਿੰਮੇਵਾਰੀਆਂ ਤੋਂ ਮੁਕਤ ਹੋਣ ਸਦਕਾ ਉਹ ਮੈਦਾਨੇ ਜੰਗ ਦੇ ਵਿੱਚ ਬੇਖੌਫ ਹੋ ਕੇ ਲੜਦੇ ਸਨ, ਕਿਉਂਕਿ ਉਹਨਾਂ ਦੀ ਕੋਈ ਨਾ ਫੂਫੀ ਮਾਸੀ ਕਿਸੇ ਨਾਲ ਰੋਵਣਾ, ਕਿਉਂਕਿ ਉਹਨਾਂ ਦਾ ਕੋਈ ਸਗਾ ਸੰਬੰਧੀ, ਪਰਿਵਾਰ, ਖੂਨ ਦੇ ਰਿਸ਼ਤੇ ਦੇ ਵਿੱਚ ਕੋਈ ਸੰਪਰਕ ਨਹੀਂ ਸੀ ਉਹਨਾਂ ਦਾ ਆਪਣੇ ਰਿਸ਼ਤੇਦਾਰਾਂ ਦੇ ਨਾਲ। ਉਹਨਾਂ ਨੂੰ ਇਸ ਗੱਲ ਦਾ ਫਿਕਰ ਨਹੀਂ ਸੀ ਕਿ ਜੇਕਰ ਉਹ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋ ਗਏ ਲੜਦੇ ਹੋਏ ਅਤੇ ਉਹਨਾਂ ਨੂੰ ਕੋਈ ਰੋਵੇਗਾ ਜਾਂ ਯਾਦ ਕਰੇਗਾ, ਭਾਵ ਉਹਨਾਂ ਦੇ ਲਈ ਕੋਈ ਹਾਅ ਦਾ ਨਾਅਰਾ ਮਾਰਨ ਵਾਲਾ। ਉਹਨਾਂ ਦੇ ਦੀਵੇ ਬਲਣ ਆਗਾਸੀ ਵਾਯੂ ਝਟਕਿਆਂ। ਹਾਅ ਦਾ ਨਾਅਰਾ ਤਾਂ ਅਸਲ ਦੇ ਵਿੱਚ ਬੜਾ ਕਰੁਣ ਅੰਦਾਜ਼ ਦੇ ਵਿੱਚ ਮਾਰਿਆ ਜਾਂਦਾ ਹੈ, ਕਿਸੇ ਨਾਲ ਧੱਕਾ ਹੋ ਰਿਹਾ ਹੋਵੇ। ਇਹ ਸ਼ਬਦ ਜੋ ਹੈ ਇੱਥੇ ਢੁਕਦਾ ਨਹੀਂ ਹੈ। ਉਹਨਾਂ ਦੀ ਕੋਈ ਨਾ ਫੂਫੀ ਮਾਸੀ ਕਿਸੇ ਨਾਲ ਰੋਵਣਾ, ਭਾਵ ਉਹਨਾਂ ਨੂੰ ਇਹ ਸੀ, ਕਵੀ ਕਹਿ ਰਿਹਾ ਹੈ, ਕਿਉਂਕਿ ਉਹਨਾਂ ਦਾ ਅੱਗੇ ਪਿੱਛੇ ਉਹਨਾਂ ਕੋਈ ਨਹੀਂ ਸੀ ਜਿਸ ਦਾ ਉਹਨਾਂ ਨੂੰ ਫਿਕਰ ਹੋਵੇ, ਜਿਸ ਦੀ ਜ਼ਿੰਮੇਦਾਰੀ ਉਹਨਾਂ ਦੇ ਸਿਰ 'ਤੇ ਹੋਵੇ, ਜਾਂ ਉਹਨਾਂ ਨੂੰ ਇਸ ਗੱਲ ਦਾ ਫਿਕਰ ਹੁੰਦਾ ਕਿ ਉਹਨਾਂ ਤੋਂ ਬਗੈਰ ਉਹਨਾਂ ਦੇ ਘਰ ਪਰਿਵਾਰ ਦੀ ਜ਼ਿੰਮੇਦਾਰੀ ਕੌਣ ਚੁੱਕੇਗਾ ਜਾਂ ਕਿਵੇਂ ਘਰ ਪਰਿਵਾਰ ਦੇ ਗੁਜ਼ਾਰਾ ਕਰਨਗੇ। ਇਹੋ ਜਿਹੇ ਫਿਕਰ ਜੋ ਸਨ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਸਨ। ਇਹਨਾਂ ਫਿਕਰਾਂ ਤੋਂ ਉਹ ਮੁਕਤ ਸਨ। ਇਸ ਲਈ ਉਹ ਮੈਦਾਨੇ ਜੰਗ ਦੇ ਵਿੱਚ ਬੜੇ ਜੋ ਸੀ ਬੇਖੌਫ ਹੋ ਕੇ ਲੜ ਰਹੇ ਸਨ। ਉਹਨਾਂ ਦੇ ਦੀਵੇ ਬਲਣ ਆਗਾਸੀ ਵਾਯੂ ਝਟਕਿਆਂ, ਭਾਵ ਚੰਦ ਅਤੇ ਸੂਰਜ ਜਿਹੜੇ ਸਨ, ਆਕਾਸ਼ੀ ਚਮਕਦੇ ਹੋਏ ਦੀਵੇ ਜਿਨ੍ਹਾਂ ਨੂੰ ਕਦੇ ਕੋਈ ਬੁਝਾ ਨਹੀਂ ਸਕਦਾ, ਠੀਕ ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਸੀ। ਉਹਨਾਂ ਨੇ ਜਿਵੇਂ ਚੰਦ ਅਤੇ ਸੂਰਜ ਧਰਤੀ ਨੂੰ ਰੌਸ਼ਨ ਕਰਦੇ ਹਨ, ਠੀਕ ਇਸੇ ਤਰ੍ਹਾਂ ਇਹ ਸੰਨਿਆਸੀ ਕਿਸਮ ਦੇ ਜਿਹੜੇ ਲੋਕ ਸਨ, ਉਹ ਯਾਨੀ ਕਿ ਚੰਦ ਅਤੇ ਸੂਰਜ ਦੇ ਵਾਂਗ ਆਪਣੇ ਦੇਸ਼ ਦੇ ਲਈ, ਜਿਸ ਤਰ੍ਹਾਂ ਚੰਦ ਅਤੇ ਸੂਰਜ ਧਰਤੀ ਨੂੰ ਰੋਸ਼ਨੀ ਬਖਸ਼ਦੇ ਹਨ, ਠੀਕ ਇਸੇ ਤਰ੍ਹਾਂ ਇਹ ਆਪਣੇ ਦੇਸ਼ ਦੇ ਲੋਕਾਂ ਦੇ ਲਈ ਇੱਕ ਤਰ੍ਹਾਂ ਦੇ ਨਾਲ ਰੌਸ਼ਨ ਮੁਨਾਰੇ ਬਣ ਕੇ ਦੁਸ਼ਮਣ ਦੇ ਸਾਹਮਣੇ ਅੜ ਗਏ ਸਨ, ਖੜ੍ਹ ਗਏ ਸਨ ਔਰ ਉਸ ਨੂੰ ਮੌਤ ਦੇ ਘਾਟ ਉਤਾਰਨ ਦੇ ਲਈ ਸੰਕਲਪਬੱਧ ਹੋ ਗਏ ਸਨ। ਉਹਨਾਂ ਦੀਆਂ ਆਹਣ ਬਲਦੀਆਂ ਆਖੀਂ ਲਹੂ ਛਟੀਆਂ।
ਹਨ। ਜਿਵੇਂ ਲੋਹੇ ਨੂੰ ਗਰਮ ਕੀਤਾ ਜਾਵੇ ਤਾਂ ਉਹ ਲਾਲ ਸੁਰਖ ਰੰਗ ਦਾ ਹੋ ਜਾਂਦਾ ਹੈ, ਠੀਕ ਕਵੀ ਕਹਿ ਰਿਹਾ ਹੈ ਕਿ ਦੁਸ਼ਮਣ ਨੂੰ ਆਪਣੇ ਦੇਸ਼ ਦੇ ਵਿੱਚ ਵੇਖ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੂਨ ਉਤਰ ਆਇਆ ਸੀ। ਉਹਨਾਂ ਦੀਆਂ ਅੱਖਾਂ ਇਸ ਤਰ੍ਹਾਂ ਹੋ ਗਈਆਂ ਸਨ ਜਿਵੇਂ ਲਹੂ ਦੇ ਨਾਲ ਲਾਲ ਰੰਗ ਦੀਆਂ ਹੋ ਚੁੱਕੀਆਂ, ਲਹੂ ਉਤਰ ਆਇਆ ਹੋਵੇ, ਲਾਲ ਰੰਗ ਦੀਆਂ ਹੋ ਗਈਆਂ ਸਨ। ਕਿਸ ਤਰ੍ਹਾਂ? ਜਿਵੇਂ ਲੋਹੇ ਦੇ ਨੂੰ ਗਰਮ ਕੀਤਾ ਜਾਂਦਾ ਹੈ ਅਤੇ ਲੋਹਾ ਲਾਲ ਰੰਗ ਦਾ ਹੋ ਜਾਂਦਾ ਹੈ, ਠੀਕ ਇਸੇ ਤਰ੍ਹਾਂ ਜੋ ਸੰਨਿਆਸੀ ਸਨ, ਦੁਸ਼ਮਣ ਨੂੰ ਵੇਖ ਕੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਖੂਨ ਉਤਰ ਆਇਆ ਸੀ। ਇੱਕ ਰੱਬ ਤਿੰਨਾਂ ਦਾ ਸਾਥੀ ਆਹੇ ਸਾਹਮਣੇ, ਭਾਵ ਉਹ ਰੱਬ ਨੂੰ ਧਿਆ ਕੇ, ਰੱਬ ਨੂੰ ਯਾਦ ਕਰਕੇ ਦੁਸ਼ਮਣ ਦੇ ਸਾਹਮਣੇ ਮੈਦਾਨੇ ਜੰਗ ਦੇ ਵਿੱਚ ਆ ਜਾਂਦੇ ਹਨ। ਅਚਾਨਕ ਮੈਦਾਨੇ ਜੰਗ ਦੇ ਵਿੱਚ ਆ ਕੇ ਦੁਸ਼ਮਣ ਨੂੰ ਜੋ ਹੈ ਇੱਕ ਤਰ੍ਹਾਂ ਦੇ ਨਾਲ ਪੈਰਾਂ ਹੇਠੋਂ ਕੱਢ ਦਿੰਦੇ ਹਨ। ਉਹਨਾਂ ਕੋਲ ਛੁਰੀ, ਕੁਹਾੜੀ, ਕਾਤੀ ਇਹ ਹਥਿਆਰ ਸਨ। ਭਾਵ ਇੱਕ ਪਾਸੇ ਨਾਦਰ ਸ਼ਾਹ ਸੀ ਜੋ ਬੜਾ ਮੈਦਾਨੇ ਜੰਗ ਦੇ ਵਿੱਚ ਹਥਿਆਰਾਂ ਨਾਲ ਲੈਸ ਹੋ ਕੇ ਹਿੰਦੁਸਤਾਨ ਦੀ ਧਰਤੀ 'ਤੇ ਹਮਲਾ ਕਰਨ ਲਈ ਆਇਆ ਸੀ। ਦੂਜੇ ਪਾਸੇ ਇਹ ਕਬਾਇਲੀ ਕਿਸਮ ਦੇ ਜਿਹੜੇ ਲੋਕ ਸਨ, ਇਹਨਾਂ ਦੇ ਕੋਲ ਛੁਰੀਆਂ, ਕੁਹਾੜੀਆਂ ਅਤੇ ਕਾਤੀਆਂ, ਕੈਂਚੀਆਂ ਅਜਿਹੇ ਜਿਹੜੇ ਸਨ ਦਾਤਰ, ਛੋਟੇ ਛੋਟੇ ਹਥਿਆਰ ਸਨ ਜਿਨ੍ਹਾਂ ਦੇ ਨਾਲ ਉਹ ਜੰਗਲੀ ਜੀਵਾਂ ਦਾ ਸ਼ਿਕਾਰ ਕਰਦੇ ਸਨ ਜਾਂ ਜੰਗਲੀ ਰੁੱਖਾਂ ਨੂੰ ਵੱਢਦੇ ਸਨ ਆਪਣੀਆਂ ਲੋੜਾਂ ਵਾਸਤੇ। ਠੀਕ ਇਹਨਾਂ ਜੰਗਲੀ ਜਿਹੇ ਹਥਿਆਰਾਂ ਦੇ ਨਾਲ ਹੀ ਉਹਨਾਂ ਨੇ ਦੁਸ਼ਮਣ ਦਾ ਰਾਹ ਰੋਕਿਆ। ਉਹ ਵੱਜਣ ਵਾਂਗ ਇਰਾਕੀ ਤੇਕਾਂ ਵਾਹੁੰਦੇ, ਜਿਸ ਤਰ੍ਹਾਂ ਇਰਾਕੀ ਘੋੜੇ ਸਨ ਨਾਦਰ ਸ਼ਾਹ ਦੀ ਸੈਨਾ ਦੇ ਵਿੱਚ, ਜਾਂ ਇਰਾਕੀ ਘੋੜਿਆਂ 'ਤੇ ਸਵਾਰ ਨਾਦਰ ਸ਼ਾਹ ਦੇ ਸੈਨਿਕ ਸਨ, ਠੀਕ ਇਸੇ ਤਰ੍ਹਾਂ ਜੋ ਸੰਨਿਆਸੀ ਸਨ ਉਹ ਵੀ ਮੈਦਾਨੇ ਜੰਗ ਦੇ ਵਿੱਚ ਇਰਾਕੀ ਘੋੜੀਆਂ ਜਿੰਨੇ ਫੁਰਤੀਲੇ, ਦੁਸ਼ਮਣ ਦੇ ਸਿਪਾਹੀਆਂ ਦੇ ਕੋਲ ਤੇਗਾਂ ਸਨ, ਮੈਦਾਨੇ ਜੰਗ ਦੇ ਵਿੱਚ ਲੜਨ ਲਈ ਤਲਵਾਰਾਂ ਸਨ, ਪਰ ਇਹ ਉਹਨਾਂ ਤੋਂ ਵੀ ਜ਼ਿਆਦਾ ਸ਼ੋਲੇ ਸਨ, ਬੜੇ ਤਿੱਖੇ ਸਨ, ਤੇਜ਼ ਸਨ। ਉਹ ਖਾਂਦੇ ਮਾਸ ਗਟਾਕੀ ਵਗਣ ਨਾਵਕਾਂ, ਦੁਸ਼ਮਣ ਨੂੰ ਮਾਰ ਕੇ ਉਸਦਾ ਮਾਸ ਜੋ ਸੀ ਉਹ ਗਟਕ ਜਾਂਦੇ ਸਨ, ਭਾਵ ਖਾ ਜਾਂਦੇ ਸਨ। ਵਗਣ ਨਾਵਕਾਂ, ਜਿਸ ਤਰ੍ਹਾਂ ਜੋ ਸੈਨਿਕਾਂ ਦੇ ਸਰੀਰ ਦੇ ਵਿੱਚੋਂ ਖੂਨ ਡੁੱਲਦਾ ਸੀ, ਦੁਸ਼ਮਣ ਦੇ ਸੈਨਿਕਾਂ ਨੂੰ ਮਾਰ ਕੇ ਉਸਦਾ ਖੂਨ ਪੀ ਜਾਂਦੇ ਸਨ ਇੱਕ ਤਰ੍ਹਾਂ ਦੇ ਨਾਲ, ਅਤੇ ਉਸਦੇ ਇੱਕ ਤਰ੍ਹਾਂ ਦਾ ਨਾਲ ਉਸਨੂੰ ਚਬਾ ਜਾਂਦੇ ਸਨ। ਲਈ ਕਵੀ ਕਹਿ ਰਿਹਾ ਹੈ ਕਿ ਉਹ ਖਾਂਦੇ ਮਾਸ ਗਟਾਕੀ ਵਗਣ ਨਾਵਕਾਂ, ਕਿ ਉਹ ਦੁਸ਼ਮਣ ਦਾ ਮਾਸ ਜੋ ਸੀ ਉਸਨੂੰ ਗਟਕ ਜਾਂਦੇ ਸਨ, ਖਾ ਜਾਂਦੇ ਸਨ ਅਤੇ ਉਸਦਾ ਖੂਨ ਪੀ ਜਾਂਦੇ ਸਨ। ਭਾਵ ਦੁਸ਼ਮਣ ਦੇ ਇੱਕ ਤਰ੍ਹਾਂ ਦੇ ਨਾਲ ਚਣੇ ਚਬਾ ਦੇਣਾ, ਭਾਵ ਉਸਨੂੰ ਬੁਰੀ ਤਰ੍ਹਾਂ ਹਰਾ ਕੇ ਮੈਦਾਨੇ ਜੰਗ ਦੇ ਵਿੱਚ ਮਾਰ ਕੇ ਉਸਨੂੰ ਖਾ ਜਾਂਦੇ ਸਨ। ਉਹਨਾਂ 5084 ਗੁਰਜੀ ਮਾਰਿਆ। ਉਹਨਾਂ ਨੇ ਨਾਦਰ ਸ਼ਾਹ ਦੀ ਸੈਨਾ ਦਾ 5000 ਜੋ ਸੈਨਿਕ ਸੀ, ਜੋ ਉਸਦੇ ਸੈਨਾ ਦੇ ਵਿੱਚ ਭਰਤੀ ਗੁਜਰਿਸਤਾਨ ਤੋਂ ਦੇ ਵਾਸੀ ਸਨ, ਜਿਹੜੇ ਨਾਦਰ ਸ਼ਾਹ ਦੀ ਸੈਨਾ ਦੇ ਵਿੱਚ 5084 ਸੈਨਿਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰ ਕਰ ਗਏ ਖਲਾਸੇ ਚੜ੍ਹੇ ਪਹਾੜ ਨੂੰ। ਪਰ ਉਹਨਾਂ ਨੇ ਹਿੰਦੁਸਤਾਨ, ਆਪਣੀ ਧਰਤੀ ਜੋ ਸੀ ਉਸਨੂੰ ਦੁਸ਼ਮਣ ਤੋਂ ਖਲਾਸ ਭਾਵ ਮੁਕਤ ਕਰ ਦਿੱਤਾ। ਦੁਸ਼ਮਣ ਨੂੰ ਇੱਕ ਤਰ੍ਹਾਂ ਦੇ ਨਾਲ ਚਨੇ ਚਬਾ ਦਿੱਤੇ ਮੈਦਾਨੇ ਜੰਗ ਦੇ ਵਿੱਚ। ਉਸ ਯੁੱਧ ਦੇ ਪਹਿਲੇ ਯੁੱਧ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਹੱਲਾ ਕਰਕੇ ਉਸ ਨੂੰ ਪੈਰਾਂ ਹੇਠੋਂ ਕੱਢ ਦਿੱਤਾ ਅਤੇ ਚੜ੍ਹੇ ਪਹਾੜ ਨੂੰ ਅਤੇ ਪਹਾੜਾਂ ਵੱਲ ਨੂੰ ਚਲੇ ਗਏ।